ਮੁੱਖ ਮੰਤਰੀ ਭਗਵੰਤ ਮਾਨ ਨੇ ਉਹ ਸਬੂਤ ਸਾਹਮਣੇ ਰੱਖੇ, ਉਸ ਗੱਲ ਦਾ ਜ਼ਿਕਰ ਕੀਤਾ, ਉਹ ਖਿਡਾਰੀ ਸਾਹਮਣੇ ਲੈ ਆਂਦਾ ਜਸਿੰਦਰ ਬੈਦਵਾਨ ਔਰ ਉਹਨਾਂ ਦੇ ਪਿਤਾ ਸਾਹਮਣੇ ਲੈ ਆਂਦੇ, ਜੋ ਕਨਵਰਸੇਸ਼ਨ ਸੀ ਉਹ ਸਾਰੀ ਦੱਸੀ। ਤਾਂ ਉਸ ਵੇਲੇ ਉਹਨਾਂ ਨੂੰ ਬਾਰ-ਬਾਰ ਇਹ ਸਵਾਲ ਪੁੱਛਿਆ ਗਿਆ ਕਿ ਕੀ ਹੁਣ ਚਰਨਜੀਤ ਸਿੰਘ ਚੰਨੀ ਦੇ ਖਿਲਾਫ ਮੁਕੱਦਮਾ ਦਰਜ ਹੋਏਗਾ, ਕੀ ਜਸ਼ਨ ਦੇ ਉੱਤੇ ਮੁਕੱਦਮਾ ਦਰਜ ਹੋਏਗਾ, ਕੀ ਉਹਨਾਂ ਦੇ ਉੱਤੇ ਕਾਰਵਾਈ ਹੋਏਗੀ। ਤਾਂ ਉਹਨਾਂ ਨੇ ਕਿਹਾ ਕਿ ਥੋੜਾ ਇੰਤਜ਼ਾਰ ਕਰੋ, ਕਹਿੰਦੇ ਥੋੜਾ ਇੰਤਜ਼ਾਰ ਕਰੋ, ਮੈਂ ਪਹਿਲਾਂ 2 ਵਜੇ ਤੱਕ ਦਾ ਤੁਹਾਨੂੰ ਕਿਹਾ ਸੀਗਾ ਕਿ ਸਬੂਤ ਪੇਸ਼ ਕਰਾਂਗਾ, ਉਹ ਮੈਂ ਸਬੂਤ ਪੇਸ਼ ਕਰਤੇ ਹੈ। ਗਗਨ, ਇੱਕ ਕੈਮਰੇ ਦੇ ਜ਼ਮਾਨੀ ਉਹਨਾਂ ਦਰਸ਼ਕਾਂ ਨੂੰ ਮੈਂ ਇੱਕ ਤਸਵੀਰ ਦਿਖਾਣਾ ਚਾਹੂੰਗਾ, ਉਹ ਪੂਰਾ ਜਿਸ ਦਾ ਜ਼ਿਕਰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤਾ ਸੀਗਾ, ਉਹ ਤਸਵੀਰ ਕੁਝ ਹੱਦ ਤੱਕ ਕੈਮਰੇ ਦੀ ਜਵਾਨੀ ਦਿਖਾਣਾ ਚਾਹੂੰਗਾ ਜਿਸ ਗੱਲ ਦਾ ਜ਼ਿਕਰ ਹੋ ਰਿਹਾ ਸੀ। ਇਸ ਵੇਲੇ ਪੰਜਾਬ ਭਵਨ ਮੈਂ ਮੌਜੂਦ ਹਾਂ, ਪੰਜਾਬ ਭਵਨ ਦਾ ਉਹ ਮੇਨ ਗੇਟ ਹੈ ਔਰ ਇਹ ਇਸ ਗੇਟ ਤੋਂ ਐਂਟਰੀ ਜਿਹੜੀ ਉਹ ਹੋ ਰਹੀ ਹੈ। ਜਿਸ ਕਮਰੇ ਦਾ ਜ਼ਿਕਰ ਮੁੱਖ ਮੰਤਰੀ ਭਗਵੰਤ ਮਾਨ ਕਰ ਰਹੇ ਸੀ ਉਹ ਹੈ ਕਮਰਾ ਨੰਬਰ 1। ਇੱਥੇ ਹੀ ਮੁੱਖ ਮੰਤਰੀ, ਇੱਥੇ ਹੀ ਮੰਤਰੀ ਔਰ ਇੱਥੇ ਹੀ VVIP ਮੂਵਮੈਂਟ ਜਿਹੜੀਆਂ ਉਹ ਹੁੰਦੀਆਂ ਨੇ। ਰਿਸੈਪਸ਼ਨ ਹੈ, ਰਿਸੈਪਸ਼ਨ ਦੇ ਬਿਲਕੁਲ ਅਗਰ ਸੱਜੇ ਪਾਸੇ ਦੇਖੋ ਰੂਮ ਨੰਬਰ 1 ਤੁਹਾਨੂੰ ਨਜ਼ਰ ਆਏਗਾ। ਇਸ ਕਮਰੇ ਦਾ ਜ਼ਿਕਰ ਕਰ ਰਹੇ ਸੀਗੇ ਕਿ ਇੱਥੇ ਮੁਲਾਕਾਤ ਹੋਈ, ਇੱਥੇ ਕਿਹਾ ਗਿਆ ਕਿ ਤੁਸੀਂ ਬਾਹਰ ਆ ਕੇ ਮਿਲੋ, ਇੱਥੇ ਕਿਹਾ ਗਿਆ ਕਿ ਤੁਸੀਂ ਭਾਂਜੇ ਦੇ ਨਾਲ ਮਿਲੋ। ਇਸ ਕਮਰੇ ਦੇ ਅੰਦਰ ਕਨਵਰਸੇਸ਼ਨ ਹੋਈ ਸੀ, ਇਸ ਗੱਲ ਦਾ ਜ਼ਿਕਰ ਮੁੱਖ ਮੰਤਰੀ ਭਗਵੰਤ ਮਾਨ ਕਰ ਰਹੇ ਸੀ ਔਰ ਇਹ ਕਿਹਾ ਕਿ ਬਾਹਰ ਆ ਕੇ ਵੀ ਮਿਲੇ ਔਰ ਜ਼ਿਕਰ ਇਸ ਗੱਲ ਦਾ ਵੀ ਕਰ ਦਿੱਤਾ ਔਰ ਸਵਾਲਾਂ ਦੇ ਕਟਘਰੇ ਦੇ ਵਿੱਚ ਬਲਬੀਰ ਸਿੰਘ ਸਿੱਧੂ ਨੂੰ ਵੀ ਕਰ ਗਏ। ਬਲਬੀਰ ਸਿੰਘ ਸਿੱਧੂ ਉਸ ਹਲਕੇ ਦੇ ਵਿਧਾਇਕ ਨੇ, ਬਲਬੀਰ ਸਿੰਘ ਸਿੱਧੂ ਮੌਜੂਦ ਸੀਗੇ। ਇਸ ਗੱਲ ਦਾ ਜ਼ਿਕਰ ਮੁੱਖ ਮੰਤਰੀ ਭਗਵੰਤ ਮਾਨ ਕਰਦੇ ਹੋਏ ਨਜ਼ਰ ਆਏ ਨੇ। ਔਰ ਹੁਣ 4 ਵਜੇ ਚਰਨਜੀਤ ਸਿੰਘ ਚੰਨੀ ਕੀ ਕਹਿੰਦੇ ਆ, ਚੰਨੀ ਕੀ ਜਸ਼ਨ ਦੇ ਨਾਲ ਬੈਠਣਗੇ, ਜਸ਼ਨ ਇਸ ਵੇਲੇ ਕਿੱਥੇ ਹੈ ਔਰ ਕੀ ਜਸ਼ਨ ਦੇ ਉੱਤੇ ਮੁਕੱਦਮਾ ਦਰਜ ਕਰਨ ਦੀ ਤਿਆਰੀ ਹੋ ਗਈ ਹੈ ਔਰ ਜਸ਼ਨ ਦਾ ਇੱਥੇ ਕੀ ਕਹਿਣਾ ਹੈ, ਇਹ ਸਵਾਲ ਇਸ ਵੇਲੇ ਬਹੁਤ ਬਣੇ ਹੋਏ ਨੇ। ਔਰ ਖਿਡਾਰੀ ਇਸ ਵੇਲੇ ਜਿਹੜੇ ਪ੍ਰੈਸ ਕਾਨਫਰੰਸ ਦੇ ਵਿੱਚ ਆਪਣੇ ਪਿਤਾ ਦੇ ਨਾਲ ਬੈਠੇ ਸੀਗੇ, ਉਹਨਾਂ ਨੇ ਫਿਲਹਾਲ ਇਕੱਲੇ ਤੌਰ ਤੇ ਮੀਡੀਆ ਦੇ ਨਾਲ ਕੋਈ ਗੱਲਬਾਤ ਨਹੀਂ ਕੀਤੀ, ਇੱਥੋਂ ਰਵਾਨਾ ਹੋ ਗਏ ਨੇ ਮੁੱਖ ਮੰਤਰੀ ਦੇ ਉਸ ਭਰੋਸੇ ਦੇ ਨਾਲ, ਜਿਸ ਭਰੋਸੇ ਦਾ ਇੰਤਜ਼ਾਰ 3 CM ਤੋਂ ਕਰ ਰਹੇ ਨੇ। ਪਹਿਲੇ CM ਕੈਪਟਨ ਅਮਰਿੰਦਰ ਸਿੰਘ ਸੀਗੇ, ਉਸ ਵੇਲੇ ਭਰੋਸਾ ਮਿਲਿਆ ਕਿ ਨੌਕਰੀ ਮਿਲੇਗੀ। ਦੂਸਰੇ CM ਚਰਨਜੀਤ ਸਿੰਘ ਚੰਨੀ ਸੀਗੇ, ਉਸ ਵੇਲੇ ਭਰੋਸਾ ਮਿਲਿਆ ਕਿ ਤੁਸੀਂ ਐਲੀਜੀਬਲ ਹੋ, ਨੌਕਰੀ ਮਿਲੇਗੀ, ਲੇਕਿਨ 2 ਦਾ ਇਸ਼ਾਰਾ ਕਰ ਦਿੱਤਾ। ਇਹ ਇਲਜ਼ਾਮ ਲੱਗੇ ਚਰਨਜੀਤ ਸਿੰਘ ਚੰਨੀ ਹੋਰਾਂ ਦੇ ਉੱਤੇ ਔਰ ਹੁਣ ਤੀਸਰੇ CM ਭਗਵੰਤ ਮਾਨ ਨੇ, ਉਹਨਾਂ ਨੇ ਵੀ ਭਰੋਸਾ ਦਿੱਤਾ ਕਿ ਮੈਂ ਨੌਕਰੀ ਜ਼ਰੂਰ ਦਊਂਗਾ, ਨੌਕਰੀ ਸਿਰਫ ਬੈਦਵਾਨ ਨੂੰ ਨਹੀਂ ਦਊਂਗਾ, ਬਾਕੀ ਹੋਰ ਵੀ ਜਿਹੜੇ ਖਿਡਾਰੀ ਨੇ ਐਲੀਜੀਬਲ ਨੇ ਉਹਨਾਂ ਨੂੰ ਵੀ ਨੌਕਰੀ ਦਊਂਗਾ। ਔਰ ਜਿਹੜੇ ਡਾਕੂਮੈਂਟ ਦਾ ਜ਼ਿਕਰ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕੀਤਾ ਗਿਆ, ਉਹ ਡਾਕੂਮੈਂਟ ਵੀ ਦਰਸ਼ਕਾਂ ਨੂੰ ਜਿਹੜਾ ਵਾ ਉਹ ਦਿਖਾਉਣ ਦੀ ਕੋਸ਼ਿਸ਼ ਕਰਾਂਗੇ। ਜਿਸ ਡਾਕੂਮੈਂਟ ਦਾ ਜ਼ਿਕਰ ਮੁੱਖ ਮੰਤਰੀ ਭਗਵੰਤ ਮਾਨ ਕਰ ਰਹੇ ਸੀਗੇ ਕਿ ਐਲੀਜੀਬਲ ਨੇ ਔਰ ਉਸ ਐਲੀਜੀਬਲ ਹੋਣ ਦੇ ਨਾਤੇ ਇਹ ਇਸ ਕੇਸ ਦਾ ਜ਼ਿਕਰ ਕਰ ਰਹੇ ਸੀਗੇ ਉਮੀਦਵਾਰ ਜਸਇੰਦਰ ਸਿੰਘ ਬੈਦਵਾਨ ਪੁੱਤਰ ਮਨਇੰਦਰ ਸਿੰਘ, ਇਹ ਇਸ ਚਿੱਠੀ ਦਾ ਜ਼ਿਕਰ ਕਰ ਰਹੇ ਸੀ ਔਰ ਨਾਲ PPSC ਇਸ ਨੌਕਰੀ ਦੇ ਲਈ ਐਲੀਜੀਬਲ ਸੀਗੇ। ਇਸ ਮਾਰਕਸ, ਇਹ ਸਰਟੀਫਿਕੇਟ, ਇਹ ਨਾਮ, ਇਹ ਜਨਰਲ ਕੈਟਾਗਰੀ, ਇਹ ਸਪੋਰਟਸ ਕੋਟਾ, ਇਹ ਸਾਰੇ ਇਸ ਡਾਕੂਮੈਂਟ ਦਾ ਜ਼ਿਕਰ ਜਿਹੜਾ ਵਾ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕੀਤਾ ਜਾ ਰਿਹਾ ਸੀਗਾ ਔਰ ਇਹ ਡਾਕੂਮੈਂਟ ਜਿਹੜੇ ਹੈ ਨਿਊਜ਼ 18 ਇਸ ਵੇਲੇ ਦਰਸ਼ਕਾਂ ਦੇ ਨਾਲ ਸਾਂਝੇ ਕਰ ਰਿਹਾ। ਇਸ ਦਾ ਜ਼ਿਕਰ ਕਰ ਰਹੇ ਸੀਗੇ ਕਿ ਇਸ ਦੇ ਲਈ ਐਲੀਜੀਬਲ ਸੀ ਔਰ ਜਿਹੜੀ ਤਸਵੀਰ ਮੁੱਖ ਮੰਤਰੀ ਦੇ ਵੱਲੋਂ ਦਿਖਾਈ ਗਈ, ਜਿਹੜੀ ਇਹ ਤਸਵੀਰ ਦੇ ਵਿੱਚ ਤੁਹਾਨੂੰ ਬਲਬੀਰ ਸਿੱਧੂ ਨਜ਼ਰ ਆਣਗੇ, ਚਰਨਜੀਤ ਸਿੰਘ ਚੰਨੀ ਨਜ਼ਰ ਆਣਗੇ ਔਰ ਨਾਲ ਹੀ ਨਾਲ ਅਸ਼ਵਨੀ ਸ਼ੇਖਰੀ ਵੀ ਇਸ ਤਸਵੀਰ 'ਚ ਨਜ਼ਰ ਆਣਗੇ। OP ਸੋਨੀ ਵੀ ਪਿੱਛੇ ਖੜੇ ਨੇ ਜਿਹੜੇ ਖਿਡਾਰੀ ਦੇ ਪਿਤਾ ਦੇ ਨਾਲ ਮਿਲ ਰਹੇ ਨੇ। ਇਹ ਥੋੜਾ ਜਿਹਾ ਕਲੋਜ਼ਅਪ ਕਰਕੇ ਦਿਖਾਈਏ ਤਾਂ ਇਹ ਤਸਵੀਰ ਦੇ ਉੱਤੇ ਡੇਟ ਵੀ ਲਿਖੀ ਹੈ ਔਰ ਜਗ੍ਹਾ ਵੀ ਲਿਖੀ ਹੈ 9/11/2021, ਯਾਨੀ ਕਿ 9 ਤਰੀਕ 11ਵਾਂ ਮਹੀਨਾ ਔਰ 2021 ਦਾ ਜ਼ਿਕਰ ਔਰ ਲੋਕੇਸ਼ਨ ਵੀ ਜਿਹੜੀ ਦੱਸੀ ਗਈ ਹੈ ਕਿ ਇਹ ਸੈਕਟਰ 66 ਮੋਹਾਲੀ ਦਾ ਜ਼ਿਕਰ ਕੀਤਾ ਗਿਆ ਜਿੱਥੇ ਮੁਲਾਕਾਤ ਹੋ ਰਹੀ ਹੈ। ਔਰ ਇਸ ਮੁਲਾਕਾਤ ਦੇ ਵਿੱਚ ਕੀ ਗੱਲਬਾਤ ਹੋਈ, ਕੀ ਕੁਝ ਕਿਹਾ ਗਿਆ, ਇਸ ਦਾ ਜ਼ਿਕਰ ਕਰਦੇ ਹੋਏ ਨਜ਼ਰ ਆਏ ਉਸ ਖਿਡਾਰੀ ਦੇ ਪਿਤਾ ਤੇ ਨਾਲ ਹੀ ਨਾਲ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ। ਤਾਂ ਹੁਣ ਚੰਨੀ ਕੀ 4 ਵਜੇ ਕਹਿਣਗੇ ਔਰ ਕੀ ਨਾਲ ਜਸ਼ਨ ਹੋਏਗਾ, ਇਹ ਆਪਣੇ ਆਪ ਦੇ ਵਿੱਚ ਸਵਾਲ ਜ਼ਰੂਰ ਹੈ। ਗਗਨ, ਬਿਲਕੁਲ ਇਹ ਸਵਾਲ ਪੰਕਜ ਆਪਣੇ ਆਪ ਵਿੱਚ ਜ਼ਰੂਰ ਹੈ ਕਿ ਕੀ ਚਰਨਜੀਤ ਚੰਨੀ ਕਹਿਣਗੇ। ਪਰ ਪੰਕਜ ਇਸ ਸਭ ਦੇ ਵਿਚਾਲੇ ਜਸ਼ਿੰਦਰ ਦੇ ਨਾਲ ਤੁਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਸੀਗੇ, ਕਿ ਉਹ ਗੱਲਬਾਤ ਹੋ ਪਾਈ, ਕਿ ਕੋਈ ਚਰਚਾ ਹੋ ਪਾਈ ਜਿਹੜੀ ਸਾਰੀ ਪ੍ਰੈਸ ਕਾਨਫਰੰਸ ਹੋਈ ਹੈ ਪੰਕਜ?
ਦੇਖੋ ਹੁਣ ਉਸ ਖਿਡਾਰੀ ਨੂੰ ਮਨਾ ਕਰ ਦਿੱਤਾ ਹੈ ਕਿ ਉਸਨੇ ਕੁਝ ਵੀ ਬੋਲਣ ਤੋਂ ਮਨਾ ਕਰ ਦਿੱਤਾ। ਉਹ ਕਹਿੰਦਾ ਕਿ ਮੈਂ ਪ੍ਰੈਸ ਕਾਨਫਰੰਸ ਜੋ ਕਹਿਣਾ ਸੀ ਉਹ ਗੱਲ ਤੁਹਾਡੇ ਸਾਹਮਣੇ ਰੱਖ ਦਿੱਤੀ ਹੈ, ਕਿਉਂਕਿ 2 ਦਿਨ ਪਹਿਲਾਂ ਇਸ ਬਾਬਤ ਜਾਣਕਾਰੀ ਮਿਲੀ ਸੀ। ਨਿਊਜ਼ 18 ਕੋਲ ਵੀ ਇਹ ਜਾਣਕਾਰੀ ਸੀ, ਸੰਪਰਕ ਸਾਧਨ ਦੀ ਵੀ ਉਸ ਖਿਡਾਰੀ ਨਾਲ ਕੋਸ਼ਿਸ਼ ਕੀਤੀ ਸੀ, ਲੇਕਿਨ ਕੋਈ ਰਿਪਲਾਈ ਨਹੀਂ ਆਇਆ ਜਾਂ ਜਵਾਬ ਨਹੀਂ ਦਿੱਤਾ ਗਿਆ ਜਦੋਂ ਉਹਨਾਂ ਨੂੰ ਸਵਾਲ ਪੁੱਛਿਆ ਗਿਆ। ਔਰ ਇਸੇ ਵਜ੍ਹਾ ਕਰਕੇ ਅਸੀਂ ਉਦੋਂ ਤੱਕ ਉਸ ਖਿਡਾਰੀ ਦਾ ਨਾਮ ਜਨਤਕ ਨਹੀਂ ਕੀਤਾ। ਉਸਦੇ ਪਿਤਾ ਵੀ ਇਸ ਗੱਲ ਦਾ ਜ਼ਿਕਰ ਕਰ ਰਹੇ ਸੀਗੇ ਕਿ ਕੁਝ ਜਰਨਲਿਸਟ ਨੇ ਟੈਲੀਫੋਨ ਕੀਤੇ ਸੀਗੇ, ਕਿਉਂਕਿ ਜਦੋਂ ਤੱਕ ਪੁਖਤਾ ਜਾਣਕਾਰੀ ਨਹੀਂ ਹੁੰਦੀ, ਜਦੋਂ ਤੱਕ ਖਿਡਾਰੀ ਹਾਮੀ ਨਹੀਂ ਭਰਦਾ, ਉਦੋਂ ਤੱਕ ਨਿਊਜ਼ 18 ਵੀ ਇੱਕ ਜ਼ਿੰਮੇਵਾਰ ਚੈਨਲ ਹੋਣ ਦੇ ਨਾਤੇ ਉਸ ਗੱਲ ਨੂੰ ਉਸ ਖਬਰ ਨੂੰ ਲੈ ਕੇ, ਕਿਉਂਕਿ ਬੜਾ ਸੈਂਸਿਟਿਵ ਮੈਟਰ ਸੀਗਾ, ਇੱਕ ਮੁੱਖ ਮੰਤਰੀ, ਸਾਬਕਾ ਮੁੱਖ ਮੰਤਰੀ ਤੇ ਇਲਜ਼ਾਮ ਲੱਗ ਰਿਹਾ ਔਰ ਜਿਸ ਖਿਡਾਰੀ ਦਾ ਜ਼ਿਕਰ ਹੋ ਰਿਹਾ ਹੈ, ਔਰ ਖਿਡਾਰੀ ਕਿਉਂਕਿ 2 ਦਿਨ ਪਹਿਲਾਂ ਤੱਕ ਇਸ ਗੱਲ ਨੂੰ ਲੈ ਕੇ ਹਾਮੀ ਨਹੀਂ ਭਰ ਰਿਹਾ ਸੀਗਾ, ਇਸ ਕਰਕੇ ਅਸੀਂ ਇਹ ਖਬਰ ਉਦੋਂ ਤੱਕ ਨਹੀਂ ਦਿਖਾਈ ਸੀ। ਲੇਕਿਨ ਜਦੋਂ ਮੁੱਖ ਮੰਤਰੀ ਉਸ ਖਿਡਾਰੀ ਨੂੰ ਲੈ ਕੇ ਸਾਹਮਣੇ ਆ ਗਏ, ਕਿਉਂਕਿ ਇਹ ਨੈਟ ਪ੍ਰੈਕਟਿਸ ਕਰਵਾਉਂਦਾ ਸੀ ਇਹ ਖਿਡਾਰੀ, ਪੰਜਾਬ ਦੀ ਟੀਮ ਜਿਹੜੀ IPL ਦੇ ਵਿੱਚ ਸੀਗੀ, ਧਰਮਸ਼ਾਲਾ 'ਚ ਮੈਚ ਖੇਡ ਰਹੀ ਸੀ, ਇੱਕ ਹੋਟਲ ਦੇ ਵਿੱਚ ਖਿਡਾਰੀ ਰੁਕੇ ਹੋਏ ਸੀ, ਉੱਥੇ ਉਸ ਖਿਡਾਰੀ ਨੇ ਜ਼ਿਕਰ ਕੀਤਾ ਕਿ ਮੁੱਖ ਮੰਤਰੀ ਆਪਣੀ ਗੱਡੀ 'ਚ ਰਵਾਨਾ ਹੋ ਰਹੇ ਸੀ। ਉਸ ਵੇਲੇ ਮੈਂ ਇਸ਼ਾਰਾ ਕੀਤਾ ਕਿ ਮੈਨੂੰ 2 ਮਿੰਟ ਚਾਹੀਦੇ ਆ, ਤਾਂ ਉਸ ਵੇਲੇ ਮੁੱਖ ਮੰਤਰੀ ਮਿਲੇ, ਮੈਂ ਪੂਰਾ ਵੇਰਵਾ ਦੱਸਿਆ ਮੇਰੇ ਨਾਲ ਜੋ ਕੁਝ ਹੋਇਆ, ਜਿਸ ਤਰੀਕੇ ਨਾਲ ਪੈਸੇ ਮੰਗੇ ਗਏ, ਨੌਕਰੀ ਦਾ 3.5 ਸਾਲ ਤੋਂ ਇੰਤਜ਼ਾਰ ਕਰ ਰਹੇ ਹਾਂ, ਤੁਹਾਡੇ ਤੋਂ ਉਮੀਦ ਹੈ ਤੁਸੀਂ ਸ਼ਾਇਦ ਨੌਕਰੀ ਦੇ ਦਿਓ, 2 CM ਨੇ ਤਾਂ ਨਹੀਂ ਦਿੱਤੀ। ਤਾਂ ਉਸ ਵੇਲੇ ਉਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦਾ ਟਵੀਟ ਆਂਦਾ ਹੈ, ਟਵੀਟੋ ਟਵੀਟੀ ਆਪਸ 'ਚ ਹੁੰਦੇ ਆ, ਬਿਆਨਬਾਜ਼ੀਆਂ ਹੁੰਦੀਆਂ ਨੇ, ਗੁਰੂ ਘਰ ਵੀ ਨਤਮਸਤਕ ਹੋਇਆ ਜਾਂਦਾ ਹੈ, ਔਰ ਇੰਤਜ਼ਾਰ ਅੱਜ ਦੇ 2 ਵਜੇ ਤੱਕ ਦਾ ਸੀਗਾ, ਔਰ 2 ਵਜੇ ਉਸ ਖਿਡਾਰੀ ਦੇ ਨਾਲ ਮੁੱਖ ਮੰਤਰੀ ਜਿਹੜੇ ਨੇ ਉਹ ਸਾਹਮਣੇ ਆਏ ਨੇ। ਜੀ ਪੰਕਜ, ਇੱਕ ਹੋਰ ਚਿਹਰੇ ਦਾ ਜ਼ਿਕਰ ਹੋਇਆ ਇਸ ਸਾਰੀ ਗੱਲਬਾਤ ਦੇ ਦੌਰਾਨ, ਇੱਕ ਹੋਰ ਚਿਹਰੇ ਦਾ ਜ਼ਿਕਰ ਹੋਇਆ, ਬਲਬੀਰ ਸਿੰਘ ਸਿੱਧੂ, ਸਾਬਕਾ ਕੈਬਨਿਟ ਮੰਤਰੀ ਜੋ ਹੁਣ BJP 'ਚ ਚਲੇ ਗਏ ਨੇ, ਤੇ ਇਹ ਵੀ ਜ਼ਿਕਰ ਹੋਇਆ ਕਿ ਉਹ ਵੀ ਇਸ ਗੱਲ ਦੇ ਗਵਾਹ ਨੇ ਕਿ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਕੀ ਕੁਝ ਇਹਨਾਂ ਦੋਵਾਂ ਨੂੰ, ਪਿਓ ਪੁੱਤ ਨੂੰ ਕਿਹਾ ਗਿਆ। ਤਾਂ ਬਲਬੀਰ ਸਿੰਘ ਸਿੱਧੂ ਦੇ ਨਾਲ ਕੋਈ ਗੱਲਬਾਤ ਹੋ ਪਾਈ ਹੈ? ਦੇਖੋ, ਅਜੇ ਬਲਬੀਰ ਸਿੰਘ ਸਿੱਧੂ ਹੋਰਾਂ ਨਾਲ ਹੁਣ ਸੰਪਰਕ ਕਰਨ ਦੀ ਕੋਸ਼ਿਸ਼ ਕਰਾਂਗੇ। ਇਹ ਤਸਵੀਰ ਦੇਖੋ, ਜਿਸ ਤਸਵੀਰ ਦਾ ਜ਼ਿਕਰ ਕਰ ਰਹੇ ਨੇ ਮੁੱਖ ਮੰਤਰੀ ਭਗਵੰਤ ਮਾਨ, ਉਸ ਤਸਵੀਰ ਦੇ ਵਿੱਚ ਇੱਕ ਪਾਸੇ ਹੱਥ ਜੋੜ ਕੇ ਖੜੇ ਨੇ ਉਸ ਖਿਡਾਰੀ ਦੇ ਪਿਤਾ ਚਰਨਜੀਤ ਸਿੰਘ ਚੰਨੀ, ਬਿਲਕੁਲ ਨਾਲ ਨੇ। ਇਹ ਥੋੜਾ ਜਿਹਾ ਮੈਂ ਕਲੋਜ਼ ਅਪ ਹੋਰ ਕਰੂੰਗਾ ਤੇ ਤੁਹਾਨੂੰ ਬਲਬੀਰ ਸਿੰਘ ਸਿੱਧੂ ਵੀ ਨਜ਼ਰ ਆਣਗੇ, ਅਸ਼ਵਨੀ ਸ਼ੇਖਰੀ ਔਰ OP ਸੋਨੀ ਵੀ ਨਜ਼ਰ ਆਣਗੇ। ਕਿਹਾ ਜਾ ਰਿਹਾ ਹੈ ਕਿ ਬਲਬੀਰ ਸਿੱਧੂ ਉਸ ਹਲਕੇ ਦੇ ਵਿਧਾਇਕ ਨੇ, ਇਸ ਕਰਕੇ ਉਹ ਲੈ ਕੇ ਗਏ ਸੀਗੇ। ਹਾਲਾਂਕਿ ਬਲਬੀਰ ਸਿੱਧੂ ਨਾਲ ਨਿਊਜ਼ 18 ਦੀ ਜਿਹੜੀ ਟੀਮ ਹੈ ਉਹ ਸੰਪਰਕ ਸਾਧਨ ਦੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨੂੰ ਸਿੱਧਾ ਸਟੂਡੀਓ ਟੈਲੀਫੋਨ ਤੇ ਜੋੜਿਆ ਜਾਵੇ ਅਗਰ ਉਹ ਗੱਲਬਾਤ ਕਰ ਸਕਣ। ਲੇਕਿਨ ਇਹ ਤਸਵੀਰ ਆਪਣੇ ਆਪ ਦੇ ਵਿੱਚ ਬਿਆਨ ਕਰਦੀ ਹੈ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਜ਼ਿਕਰ ਮੁੱਖ ਮੰਤਰੀ ਭਗਵੰਤ ਮਾਨ ਕਰਦੇ ਹੋਏ ਨਜ਼ਰ ਆਏ ਔਰ ਉਸ ਤਸਵੀਰ ਨੂੰ ਲੈ ਕੇ ਸਾਹਮਣੇ ਆਏ, ਔਰ ਉਸ ਤਸਵੀਰ ਦੇ ਜ਼ਰੀਏ ਉਹ ਇਸ ਤਸਵੀਰ ਨੂੰ ਲੈ ਕੇ ਚਰਨਜੀਤ ਸਿੰਘ ਚੰਨੀ ਕੀ ਕਹਿੰਦੇ ਨੇ, ਇਸ ਤਸਵੀਰ ਨੂੰ ਲੈ ਕੇ ਬਲਬੀਰ ਸਿੱਧੂ ਕੀ ਕਹਿੰਦੇ ਨੇ, ਕਿਉਂਕਿ ਇਹ ਇਕੱਲੀ ਤਸਵੀਰ ਹੈ। ਇਸ ਨੂੰ ਅਗਰ ਧਿਆਨ ਨਾਲ ਦੇਖਿਆ ਜਾਵੇ, ਕੱਲੀ ਤਸਵੀਰ ਹੈ। ਇਸ ਤਸਵੀਰ 'ਚ ਇਹ ਨਹੀਂ ਪਤਾ ਲੱਗ ਪਾਉਂਦਾ ਕਿ ਗੱਲਬਾਤ ਕੀ ਹੁੰਦੀ ਹੈ, ਕਿਸ ਮੁੱਦੇ ਤੇ ਮਿਲਦੇ ਕੀ ਮਿਲਦੇ। ਹਾਲਾਂਕਿ ਇਹ ਜਿਹੜੇ ਪਿਤਾ ਨੇ ਇਹ ਅੱਜ ਪ੍ਰੈਸ ਕਾਨਫਰੰਸ ਦੇ ਵਿੱਚ ਬੈਠੇ ਸੀਗੇ, ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਇਹ ਸਾਰੀ ਘਟਨਾ ਇਸ ਤਰੀਕੇ ਦੇ ਨਾਲ ਹੋਈ ਹੈ ਔਰ ਇਸੇ ਵਜ੍ਹਾ ਕਰਕੇ ਮੇਰੀ ਮੁਲਾਕਾਤ ਹੋਈ ਤਾਂ ਉਸ ਵੇਲੇ ਬਲਬੀਰ ਸਿੱਧੂ ਵੀ ਮੌਜੂਦ ਸੀਗੇ। ਇਹ ਤਸਵੀਰ ਅਸੀਂ ਲਗਾਤਾਰ ਦਿਖਾ ਵੀ ਰਹੇ ਹਾਂ ਸਕਰੀਨ ਤੇ, ਕੋਸ਼ਿਸ਼ ਕਰਾਂਗੇ ਫੁੱਲ ਸਕਰੀਨ ਸਿੱਧਾ ਸਟੂਡੀਓ ਦੇ ਜ਼ਰੀਏ ਦਿਖਾਉਣ ਦੀ ਕੋਸ਼ਿਸ਼ ਕਰੀਏ। ਇਸੇ ਵਜ੍ਹਾ ਕਰਕੇ ਇਹ ਤੀਸਰੇ ਕਰੈਕਟਰ ਜਿਹੜੇ ਨੇ ਇਸ ਪੂਰੀ ਸਟੋਰੀ ਦੇ ਵਿੱਚ ਨਜ਼ਰ ਆਉਂਦੇ ਨੇ, ਜਿਸ ਦਾ ਜ਼ਿਕਰ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕੀਤਾ ਗਿਆ। ਹਰਸ਼ ਜੀ ਬਿਲਕੁਲ, ਤਾਂ ਬਲਬੀਰ ਸਿੱਧੂ ਦੇ ਨਾਲ ਵੀ ਸਾਡੀ ਟੀਮ ਲਗਾਤਾਰ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਉਹਨਾਂ ਦਾ ਵੀ ਪੱਖ ਇਸ ਸਭ ਤੇ ਜਾਣਿਆ ਜਾਵੇ, ਕਿਉਂਕਿ ਵਾਰ-ਵਾਰ ਗਗਨ ਉਹਨਾਂ ਦਾ ਜ਼ਿਕਰ ਹੋਇਆ, ਜੋ ਖਿਡਾਰੀ ਨੇ ਉਹਨਾਂ ਦੇ ਪਿਤਾ ਦੇ ਵੱਲੋਂ ਜ਼ਿਕਰ ਹੋਇਆ, ਮੁੱਖ ਮੰਤਰੀ ਨੇ ਇਸ ਦਾ ਜ਼ਿਕਰ ਕੀਤਾ, ਤਸਵੀਰਾਂ ਦੇ ਵਿੱਚ ਵੀ ਬਲਬੀਰ ਸਿੱਧੂ ਨਾਲ ਖੜੇ ਨਜ਼ਰ ਆ ਰਹੇ ਨੇ। ਤੇ ਇਹ ਵੀ ਕਿਹਾ ਗਿਆ ਕਿ ਜਿਸ ਵੇਲੇ ਦੀ ਇਹ ਤਸਵੀਰ ਹੈ ਉਸ ਵੇਲੇ ਕਰੀਬ 10 ਮਿੰਟ ਗੱਲਬਾਤ ਹੁੰਦੀ ਰਹੀ ਹੈ, ਤਾਂ ਉਸ ਵੇਲੇ ਕੀ ਕੁਝ ਕਿਹਾ ਗਿਆ, ਕੀ ਗੱਲ ਹੋਈ, ਜਾਂ ਜਿਸ ਵੇਲੇ ਉਹ ਪੰਜਾਬ ਭਵਨ ਦੇ ਵਿੱਚ ਸਾਬਕਾ ਮੁੱਖ ਮੰਤਰੀ ਨੂੰ ਮਿਲੇ ਉਸ ਵੇਲੇ ਕੀ ਗੱਲਬਾਤ ਹੋਈ, ਉਹ ਕਹਿ ਰਹੇ ਨੇ ਕਿ ਬਲਬੀਰ ਸਿੱਧੂ ਤੋਂ ਪੁੱਛ ਲਓ ਜਾ ਕੇ। ਉਹ ਜਸਿੰਦਰ ਦੇ ਪਿਤਾ ਇਹ ਕਹਿੰਦੇ ਨਜ਼ਰ ਆ ਰਹੇ ਨੇ, ਤਾਂ ਬੇहद ਅਹਿਮ ਹੋ ਜਾਂਦਾ ਹੈ ਕਿ ਬਲਬੀਰ ਸਿੰਘ ਸਿੱਧੂ ਦਾ ਵੀ ਇਸ ਗੱਲ ਤੇ ਪੱਖ ਜਾਣਿਆ ਜਾਵੇ। ਬਿਲਕੁਲ, ਤੇ ਬਲਬੀਰ ਸਿੰਘ ਸਿੱਧੂ ਦੇ ਨਾਲ ਰਾਬਤਾ ਕਾਇਮ ਕਰਨ ਦੀ ਸਾਡੀ ਟੀਮ ਲਗਾਤਾਰ ਕੋਸ਼ਿਸ਼ ਕਰੀ ਹੈ। ਨਿਊਜ਼ 18 ਪੰਜਾਬ ਇਹ ਸਮਝਣ ਦੀ ਕੋਸ਼ਿਸ਼ ਕਰ ਰਿਹਾ ਕਿ ਬਲਬੀਰ ਸਿੰਘ ਸਿੱਧੂ ਕਿਸ ਤਰੀਕੇ ਇਸ ਮਾਮਲੇ ਨੂੰ ਦੱਸਦੇ ਨੇ, ਔਰ ਅਸ਼ਵਨੀ ਸੇਖੜੀ ਸਾਹਿਬ ਇਸ ਵੇਲੇ ਸਾਡੇ ਨਾਲ ਜੁੜ ਰਹੇ ਨੇ, ਫੋਨ ਲਾਈਨ ਤੇ ਸਾਡੇ ਨਾਲ ਮੌਜੂਦ ਨੇ। ਸੇਖੜੀ ਸਾਹਿਬ, ਬਹੁਤ ਬਹੁਤ ਸਵਾਗਤ ਹੈ। ਮੌਜੂਦਾ ਮੁੱਖ ਮੰਤਰੀ ਨੇ ਇੱਕ ਐਲੀਗੇਸ਼ਨ ਲਾਇਆ ਸੀਗਾ, ਪਹਿਲਾਂ ਤਕਰੀਰ ਸੀ, ਫਿਰ ਦਾਵਾ ਹੋਇਆ, ਫਿਰ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਸਾਹਿਬ ਦੀ ਇੱਕ ਅਰਦਾਸ ਦਾ ਵੀਡੀਓ ਸਾਹਮਣੇ ਆਇਆ, ਫਿਰ ਪ੍ਰੈਸ ਕਾਨਫਰੰਸ ਹੋਈ, ਫਿਰ ਬਿਆਨ ਆਏ, ਤੇ ਹੁਣ ਫਾਈਨਲੀ
ਮੌਜੂਦਾ ਮੁੱਖ ਮੰਤਰੀ ਇੱਕ ਖਿਡਾਰੀ ਅਤੇ ਉਸਦੇ ਪਿਤਾ ਦੇ ਨਾਲ ਸਾਹਮਣੇ ਆਏ ਨੇ। ਮੀਡੀਆ ਦੇ ਕਈ ਸਾਰੇ ਦਸਤਾਵੇਜ਼ ਵੀ ਉਹਨਾਂ ਨੇ ਦਿਖਾਏ। ਉਹਨਾਂ ਨੇ ਕਿਹਾ ਕਿ ਇਹ ਖਿਡਾਰੀ ਐਲੀਜੀਬਲ ਸੀਗਾ, ਇਸ ਨੂੰ ਨੌਕਰੀ ਨਹੀਂ ਦਿੱਤੀ ਗਈ ਕਿਉਂਕਿ ਇਹ ਰਿਸ਼ਵਤ ਨਹੀਂ ਦੇ ਸਕਿਆ। ਸੇਖੜੀ ਸਾਹਿਬ, ਪਹਿਲਾ ਰਿਐਕਸ਼ਨ ਇਸ ਪੂਰੇ ਮਾਮਲੇ ਨੂੰ ਲੈ ਕੇ, ਔਰ ਕਿਉਂਕਿ ਉਹ ਤਸਵੀਰ ਜਿਹੜੀ ਅਸੀਂ ਦਿਖਾ ਰਹੇ ਹਾਂ ਜਿਸ ਦੇ ਵਿੱਚ ਬਲਬੀਰ ਸਿੱਧੂ ਸਾਹਿਬ ਵੀ ਨਜ਼ਰ ਆ ਰਹੇ ਨੇ, ਸਾਬਕਾ ਮੁੱਖ ਮੰਤਰੀ ਚੰਨੀ ਵੀ ਨਜ਼ਰ ਆ ਰਹੇ ਨੇ, ਉਸੇ ਤਸਵੀਰ ਦੇ ਵਿੱਚ ਤੁਸੀਂ ਵੀ ਨਜ਼ਰ ਆ ਰਹੇ ਹੋ। ਇਸ ਕਰਕੇ ਅਸੀਂ ਇਹ ਜਾਣਨਾ ਚਾਹੁੰਦੇ ਹਾਂ ਕਿ ਕੀ ਇਹਨਾਂ ਚੋਂ ਕਿਸੇ ਨੂੰ ਤੁਸੀਂ ਜਾਣਦੇ ਹੋ ਜਾਂ ਉਸ ਮੁਲਾਕਾਤ ਨੂੰ ਲੈ ਕੇ ਜਿਸ ਦਾ ਜ਼ਿਕਰ ਅੱਜ ਮੁੱਖ ਮੰਤਰੀ ਨੇ ਆਪਣੀ ਪ੍ਰੈਸ ਕਾਨਫਰੰਸ ਵਿੱਚ ਕੀਤਾ, ਉਸ ਨੂੰ ਲੈ ਕੇ ਕੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਸੇਖੜੀ ਸਾਹਿਬ? ਦੇਖੋ, ਮੈਨੂੰ ਤਾਂ ਇਹ ਸਮਝ ਨਹੀਂ ਆ ਰਹੀ ਹੈ ਕਿ ਇੱਕ ਸਾਬਕਾ ਮੁੱਖ ਮੰਤਰੀ, ਇੱਕ ਪ੍ਰੈਜ਼ੀਡੈਂਟ ਮੁੱਖ ਮੰਤਰੀ ਜੀ, ਇਹ ਆਪਣਾ ਇੱਕ ਦੂਸਰੇ ਨਾਲ ਲੜਾਈਆਂ ਲੜ ਰਹੇ ਨੇ। ਜਨਤਾ ਦੇ ਜਿਹੜੇ ਇਸ਼ੂਜ਼ ਨੇ ਉਹਦੇ ਤੇ ਕੰਮ ਹੋਣਾ ਚਾਹੀਦਾ ਹੈ। ਜੇ ਕਿਸੇ ਨੇ ਕੋਈ ਗਲਤ ਕੰਮ ਕੀਤਾ ਤਾਂ ਮੁੱਖ ਮੰਤਰੀ ਸਾਹਿਬ ਕੋਲ ਫੁੱਲ ਪਾਵਰ ਹੈ, ਉਹ ਲੈਟ ਦੀ ਲਾਅ ਟੇਕ ਇਟਸ ਓਨ ਕੋਰਸ। ਕਾਨੂੰਨ ਦੇ ਮੁਤਾਬਕ ਜੋ ਕਾਰਵਾਈ ਹੋਣੀ ਚਾਹੀਦੀ ਹੈ, ਉਹਨੂੰ ਕੋਈ ਵੀ ਮਨਾ ਨਹੀਂ ਕਰਦਾ। ਤੇ ਜੇ ਇਲਜ਼ਾਮਬਾਜ਼ੀ ਚੱਲੀ ਜਾਣੀ ਹੈ, ਉਹਦਾ ਤੇ ਮਤਲਬ ਕੋਈ ਮੁੱਲ ਨਹੀਂ ਨਾ। ਇਲਜ਼ਾਮ ਲਗਾਈ ਜਾਓ, ਜਿੰਨੇ ਮਰਜ਼ੀ ਇਲਜ਼ਾਮ ਲਗਾਈ ਜਾਓ। ਆਪਣਾ ਬੰਦਾ ਪੋਜੀਸ਼ਨ ਕੁਰਸੀ ਸੀਨੀਅਰ ਕੁਰਸੀ ਤੇ ਬੈਠਾ ਹੈ, ਜੋ ਬੋਲੇਗਾ ਉਹ ਟੀਵੀ ਤੇ ਅਖਬਾਰਾਂ 'ਚ ਆ ਹੀ ਜਾਣਾ ਹੈ। ਤੇ ਜਿੰਨੇ ਮਰਜ਼ੀ ਇਲਜ਼ਾਮ ਲਗਾਈ ਜਾਓ, ਕੋਈ ਪ੍ਰੂਵ ਵੀ ਤਾਂ ਕਰੋ। ਸੇਖੜੀ ਸਾਹਿਬ, 9 ਨਵੰਬਰ 2021 ਦਾ ਇਹ ਪੂਰਾ ਵਾਕਿਆ ਦੱਸਿਆ ਜਾ ਰਿਹਾ ਹੈ, ਜਿਹੜਾ ਖਿਡਾਰੀ ਸੀ ਉਸਦੇ ਪਿਤਾ ਦੇ ਵੱਲੋਂ। ਕੀ ਕੋਈ ਤੁਹਾਡੇ ਜ਼ਿਹਨ ਦੇ ਵਿੱਚ ਕੋਈ ਯਾਦ ਹੈਗੀ ਇਸ ਤਰ੍ਹਾਂ ਦੀ ਕਿ ਸਾਬਕਾ ਮੁੱਖ ਮੰਤਰੀ ਚੰਨੀ ਨੇ ਇਸ ਤਰੀਕੇ ਕਿਸੇ ਨਾਲ ਵਿਵਹਾਰ ਕੀਤਾ ਹੋਵੇ? ਕਿਉਂਕਿ ਖਿਡਾਰੀ ਦੇ ਪਿਤਾ ਦਾ ਇਹ ਸਿੱਧਾ ਐਲੀਗੇਸ਼ਨ ਹੈ ਕਿ ਉਹਨਾਂ ਨੇ ਬਾਹਰ ਆਂਦੇ ਕਿਹਾ ਕਿ ਤੇਰਾ ਬੇਟਾ ਕਿਹੜਾ 올림픽 ਖੇਡ ਕੇ ਆਇਆ ਜਿਹਨੂੰ ਮੈਂ ਨੌਕਰੀ ਦੇ ਦਵਾਂ, ਔਰ ਕਾਫੀ ਕੁਝ ਬੋਲੇ। ਉਹਨਾਂ ਨੇ ਕਿਹਾ ਕਿ ਬਲਬੀਰ ਸਿੱਧੂ ਵੀ ਨਾਲ ਖੜੇ ਸੀਗੇ ਔਰ ਬਾਹਰ ਨਿਕਲੇ ਨੇ ਤਾਂ ਇੱਥੇ ਕੈਂਡਿਡ ਮੀਟਿੰਗ ਵੀ ਇੱਕ ਸੀਗੀ ਇਸ ਤੋਂ ਪਹਿਲਾਂ ਜਦੋਂ ਮਿਲੇ ਨੇ 10 ਮਿੰਟ ਦੇ ਕਰੀਬ, ਇਹ ਉਹ ਕਹਿ ਰਹੇ ਨੇ। ਮੇਰੀ ਨੌਲੇਜ 'ਚ ਤੇ ਐਸੀ ਕੋਈ ਗੱਲ ਹੈ ਨਹੀਂ। ਮੈਂ ਨਹੀਂ ਸਮਝਦਾ ਮੇਰੇ ਸਾਹਮਣੇ ਕਦੀ ਕੋਈ ਐਸੀ ਕੋਈ ਗੱਲ ਹੋਈ ਹੋਵੇ। ਤੇ ਬਾਕੀ ਗੱਲ ਹੈ ਕਿ ਇਹ ਬਸ ਟੀਵੀ ਤੇ ਇਹੀ ਗੱਲਾਂ ਚੱਲੀ ਜਾਂਦੀਆਂ। ਬੱਚਿਆਂ ਦੀ ਨੌਕਰੀਆਂ ਬਾਰੇ ਕੋਈ ਗੱਲ ਨਹੀਂ ਕਰਦਾ ਕਿ ਬੱਚਿਆਂ ਨੂੰ, ਪੰਜਾਬ ਦੇ ਨੌਜਵਾਨ ਸਾਰੇ ਬਾਹਰ, ਪੂਰੀ ਦੀ ਪੂਰੀ ਜਨਰੇਸ਼ਨ ਹੀ ਬਾਹਰ ਚਲੀ ਜਾ ਰਹੀ ਹੈ ਸਾਡੀ, ਉਹਦੇ ਬਾਰੇ ਕੋਈ ਵਰਿਡ ਨਹੀਂ ਆ। ਆਹ ਜਿਹੜੀ ਚੀਜ਼ ਦੇਖੋ, ਇਹ ਤੇ ਇੱਕ ਮੈਟਰ ਹੈਗਾ ਜਿੱਥੇ ਕਿਸੇ ਨੇ ਵੀ ਕੋਈ ਵੀ ਕਾਨੂੰਨ ਤੋੜਿਆ ਤੇ ਪੂਰਾ ਸੰਵਿਧਾਨ, ਪੂਰਾ ਜੁਡੀਸ਼ੀਅਲ ਸਿਸਟਮ ਸਾਡਾ ਅਵੇਲੇਬਲ ਹੈ, ਉਹ ਆਪਣੇ ਆਪ ਇਨਸਾਫ ਹੋ ਜਾਏਗਾ। ਪਰ ਜਿਹੜੇ ਅਸਲੀ ਇਸ਼ੂ ਹੈ ਪੰਜਾਬ ਦੇ, ਉੱਥੋਂ ਨਜ਼ਰ ਹਟਾਉਣ ਦੇ ਲਈ ਇਹੋ ਜਿਹੀ ਗੱਲਾਂ ਹੋ ਰਹੀਆਂ। ਮੈਂ ਸਮਝਣਾ ਅਸਲੀ ਇਸ਼ੂ ਹੈ ਕਿ ਨੌਕਰੀਆਂ ਕਿੱਦਾਂ ਦੇਣੀਆਂ, ਬੱਚਿਆਂ ਨੂੰ ਰੋਕਣਾ ਕਿੱਦਾਂ ਬਾਹਰੋਂ ਜਾਣ ਦੇ। ਘਰਾਂ ਦੇ ਘਰ ਉਜੜ ਰਹੇ ਨੇ ਔਰ ਪੰਜਾਬ ਦਾ ਸਾਰਾ ਸਰਮਾਇਆ ਕਈ ਲੱਖ ਕਰੋੜ ਹਰ ਸਾਲ ਜਿਹੜਾ ਬਾਹਰ ਚਲੇ ਜਾਂਦਾ ਗੋਰਿਆਂ ਦੇ ਦੇਸ਼ ਨੂੰ ਆਜ਼ਾਦ ਕਰਾਇਆ ਪੰਜਾਬੀਆਂ ਨੇ। ਔਰ ਅੱਜ ਪੰਜਾਬ ਦੇ ਬੱਚੇ ਜਾ ਕੇ ਫਿਰ ਉਹਨਾਂ ਗੋਰਿਆਂ ਦੀ ਫਿਰ ਗੁਲਾਮੀ ਕਰਨ ਲੱਗੇ ਨੇ। ਅਸ਼ਵਨੀ ਸੇਖੜੀ ਜੀ, ਨੌਕਰੀ ਦਾ ਹੀ ਮੁੱਖ ਮੰਤਰੀ ਜ਼ਿਕਰ ਕਰ ਰਹੇ ਨੇ ਕਿ ਇੱਕ ਸ਼ਖਸ ਜੋ ਐਲੀਜੀਬਲ ਸੀ, ਜਿਸ ਦੇ ਨੰਬਰ ਵੀ ਪੂਰੇ ਸੀ, ਟੈਸਟ ਵੀ ਕਲੀਅਰ ਕਰ ਲਿਆ ਸੀ, ਉਸ ਤੋਂ ਰਿਸ਼ਵਤ ਮੰਗੀ ਗਈ, ਰਿਸ਼ਵਤ ਨਹੀਂ ਦੇ ਪਾਇਆ, ਇਸੇ ਕਰਕੇ ਉਸ ਨੂੰ ਨੌਕਰੀ ਨਹੀਂ ਦਿੱਤੀ ਗਈ। ਮੈਡਮ, ਮੈਂ ਤੇ ਇਹ ਗੱਲ ਕਹਿ ਰਿਹਾ ਕਿ ਮੁੱਖ ਮੰਤਰੀ ਸਾਹਿਬ ਮੋਸਟ ਪਾਵਰਫੁਲ ਨੇ, ਚੀਫ ਮਿਨਿਸਟਰ ਦੀ ਕੁਰਸੀ ਤੇ ਬੈਠੇ ਨੇ। ਕਾਨੂੰਨ ਦੇ ਮੁਤਾਬਕ ਜੋ ਕਾਨੂੰਨੀ ਕਾਰਵਾਈ ਕਰਦੀ ਹੈ ਉਹ ਕਰਨ ਤੇ ਨੌਕਰੀਆਂ ਦੇਣ ਬੱਚਿਆਂ ਨੂੰ। ਇਹ ਦੇ ਦੇਣ ਨੌਕਰੀ, ਇਹਨਾਂ ਨੂੰ ਰੋਕਿਆ ਕਿਸੇ ਨੇ? ਇਹ ਕਿਉਂ ਨਹੀਂ ਦੇਣ? ਹੁਣ ਤੱਕ ਨੌਕਰੀ, ਸਾਲ ਸਵਾ ਸਾਲ ਹੋ ਗਏ, ਹੁਣ ਤੱਕ ਨੌਕਰੀ ਦੇ ਦੇਣੀ ਚਾਹੀਦੀ ਸੀ ਇਹਨਾਂ ਨੂੰ। ਇਹ ਦੇ ਦਿੰਦੇ, ਜੇ ਬੱਚਾ ਐਲੀਜੀਬਲ ਹੈ ਤੇ ਉਹਨੂੰ ਦੇ ਦੇਣੀ ਚਾਹੀਦੀ ਨੌਕਰੀ। ਕੁਐਸਚਨ ਹੈ ਆਹ ਜਿਹੜੇ ਮੇਨ ਇਸ਼ੂ ਆ ਪੰਜਾਬ ਦੇ, ਉਥੋਂ ਨਜ਼ਰ ਹਟਾਉਣ ਦੇ ਲਈ ਇਹ ਇਲਜ਼ਾਮਬਾਜ਼ੀਆਂ ਚੱਲਣ ਨਹੀਂ ਹੈ। ਮੇਨ ਇਸ਼ੂ ਹੈ ਕਿ ਪੰਜਾਬ ਦੇ ਬੱਚਿਆਂ ਨੂੰ, ਪੰਜਾਬ ਦੇ ਸਰਮਾਇਆ ਨੂੰ ਬਾਹਰੋਂ ਜਾਣ ਨੂੰ ਕਿੱਦਾਂ ਰੋਕਣਾ, ਉਹਨਾਂ ਨੂੰ ਉਹ ਫੈਸਿਲਿਟੀਆਂ ਇੱਥੇ ਕਿਸ ਤਰ੍ਹਾਂ ਦੇਣੀਆਂ। ਮੇਨ ਇਸ਼ੂ ਹੈ ਪੰਜਾਬ ਦੇ ਬੱਚਿਆਂ ਨੂੰ ਅਗਰ ਨੌਕਰੀ ਨਹੀਂ ਦੇ ਸਕਦੇ, ਕਿਆ ਕੋਈ ਦੂਸਰਾ ਤਰੀਕਾ ਹੈਗਾ ਜਿਸ ਨਾਲ ਬੱਚੇ ਨੂੰ ਅੰਗੇਜ ਕਰੀਏ, ਬੱਚਿਆਂ ਨੂੰ ਕਾਰੋਬਾਰ ਤੇ ਲਗਾਈਏ। ਬੱਚੇ ਜਿਹੜੇ ਨੇ ਇੱਥੇ ਪੰਜਾਬ ਚ ਰਹਿ ਕੇ ਬਸਣ। ਤੁਸੀਂ ਦੇਖੋ 1,65,000 ਬੱਚਾ ਹਰ ਸਾਲ ਜਿਹੜਾ ਪੰਜਾਬੋਂ ਬਾਹਰ ਜਾਈ ਜਾ ਰਿਹਾ। 1,65,000 ਨੌਜਵਾਨ ਬੱਚੇ ਸਾਡੇ, ਔਰ ਇੱਕ ਬੱਚਾ, ਕੋਈ ਵੀ ਬੱਚਾ ਜਾਂਦਾ 25 ਤੋਂ 30 ਲੱਖ ਰੁਪਏ ਪਹਿਲੇ ਸਾਲ ਦਾ ਖਰਚਾ ਕਰਦਾ ਹੈ। ਕਿੰਨੇ ਲੱਖਾਂ ਕਰੋੜ ਵਾਲੇ ਪੰਜਾਬ ਤੋਂ ਬਾਹਰ ਜਾਈ ਜਾ ਰਿਹਾ। ਕਿਆ ਉਹ ਪੈਸਾ ਪੰਜਾਬ 'ਚ ਨਹੀਂ ਲੱਗ ਸਕਦਾ? ਸਰਕਾਰ ਇਹ ਸਵਾਲ ਹੈ। ਠੀਕ, ਸੈਕਟਰੀ ਸਾਹਿਬ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਗੱਲ ਕਰਨ ਦੇ ਲਈ। ਸੋ ਇਹ ਸਵਾਲ ਤਾਂ ਹੈਗੀ ਹੈ, ਪਰ ਸਵਾਲ ਕਿਤੇ ਨਾ ਕਿਤੇ ਅਰਸ਼ੇ ਵੀ ਹੈਗਾ ਕਿ ਐਲੀਜੀਬਲ ਨੌਜਵਾਨਾਂ ਨੂੰ ਜੇਕਰ ਸਹੀ ਤਰੀਕੇ ਟਰਾਂਸਪੇਰੈਂਸੀ ਦੇ ਨਾਲ ਨੌਕਰੀ ਮਿਲ ਜਾਵੇ ਤਾਂ ਸ਼ਾਇਦ ਹੋ ਸਕਦਾ ਹੈ ਕਿ ਬਹੁਤ ਸਾਰੇ ਨੌਜਵਾਨ ਬਾਹਰ ਜਾਣ ਬਾਰੇ ਸੋਚਣ ਹੀ ਨਾ, ਜੇਕਰ ਉਹਨਾਂ ਨੂੰ ਇੱਥੇ ਹੀ ਕੰਮਕਾਜ ਮਿਲ ਜਾਵੇ। ਖੈਰ, ਇਹ ਪ੍ਰੈਸ ਕਾਨਫਰੰਸ ਮੁੱਖ ਮੰਤਰੀ ਦੇ ਵੱਲੋਂ ਕੀਤੀ ਗਈ ਹੈ। ਪਲੇਅਰ ਨੂੰ ਵੀ ਸਾਹਮਣੇ ਲਿਆਂਦਾ ਗਿਆ ਹੈ, ਤਸਵੀਰਾਂ ਵੀ ਦਿਖਾਈਆਂ ਗਈਆਂ ਨੇ, ਕਈ ਦਸਤਾਵੇਜ਼ ਵੀ ਦਿਖਾਏ ਗਏ ਨੇ। ਇਲਜ਼ਾਮ ਜਿਹੜੇ ਲਗਾਏ ਗਏ ਸੀ ਉਸ ਨੂੰ ਲੈ ਕੇ 2 ਵਜੇ ਪ੍ਰੈਸ ਕਾਨਫਰੰਸ ਮੁੱਖ ਮੰਤਰੀ ਨੇ ਕਰ ਦਿੱਤੀ ਹੈ ਤੇ ਹੁਣ 4 ਵਜੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਨੇ। ਉਹ ਇਹਨਾਂ ਸਾਰੇ ਇਲਜ਼ਾਮਾਂ ਨੂੰ ਲੈ ਕੇ, ਇਸ ਪੂਰੀ ਪ੍ਰੈਸ ਕਾਨਫਰੰਸ ਨੂੰ ਲੈ ਕੇ ਕੀ ਕੁਝ ਕਹਿੰਦੇ ਨੇ, ਉਸ ਤੇ ਹੁਣ ਨਜ਼ਰ ਬਣੀ ਹੋਈ ਹੈ।